मैडम किस तरह देखते हो बड़ा संघर्ष ਦੇ ਵਿੱਚ ਤੁਹਾਡਾ ਯੋਗਦਾਨ ਰਹੇਗਾ ਪਰ ਲੇਕਿਨ ਇਹ ਕੀ ਕਾਰਨ ਹੈ ਜਿਹੜਾ ਗੁਲਜ਼ਾਰੀ ਮੂਨਕ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹੋ और मैनू दिलों विश्वास है मैं इन्हां ते मतलब पूरी क्रेडिबिलिटी दे नाल कह सकदी हां भी ये जितण और गारंटी लै सकदी हां तां ही मैं लोकां दे अगे हत्थ जोड़ रही हां कि इन्हां नूं वोट पाओ। किसान जथेबंदियां दी भी एक पार्टी बन गई है चुनाव लड़िया फिर सोनिया मान क्यों नहीं हैगी चोण मैदान दे विच उतरी। ਅੱਜ ਵੀ ਬਹੁਤ ਸਾਰੇ ਲੋਕੀ ਕਹਿੰਦੇ ਨੇ ਕਿ ਸਾਡਾ ਚੋਣ ਪ੍ਰਚਾਰ ਕਰਨ ਆਓ ਬਹੁਤ ਸਾਰੀਆਂ ਵੱਡੇ ਪੈਸਿਆਂ ਦੀ ਵੀ ਆਫਰ ਹੈ ਬਟ ਮੈਨੂੰ ਲੱਗਦਾ ਆਪਣਾ ਕਿਰਦਾਰ ਉੱਚਾ ਹੋਣਾ ਚਾਹੀਦਾ ਪੈਸਾ ਪੂਸਾ ਕੁਛ ਮੈਟਰ ਨਹੀਂ ਕਰਦਾ। ਜਿਹੜੇ ਕਿਸਾਨ ਚੋਣਾਂ ਦੇ ਵਿੱਚ ਉਤਰੇ ਨੇ ਚੁਣਾਵ ਲੜ ਰਹੇ ਨੇ ਉਹਨਾਂ ਦੀ ਸਪੋਰਟ ਨਹੀਂ ਤੁਸੀਂ ਕਰ ਰਹੇ। ਅੱਜ ਜੇ ਜੋਗਿੰਦਰ ਸਿੰਘ ਉਗਰਾਹਾਂ ਖੜੇ ਹੁੰਦੇ ਤੇ ਮੈਂ ਉਹਨਾਂ ਦੇ ਨਾਲ ਖੜੀ ਰਹਿੰਦੀ ਉਹਨਾਂ ਦੀ ਹਰ ਕਿਤੇ ਪ੍ਰਚਾਰ ਕਰਨ ਜਾਂਦੀ ਕਿਉਂਕਿ ਉਹ ਮੇਰਾ ਬਾਪੂ ਆ ਉਹਦੀ ਮੈਂ ਦਿਲੋਂ ਸਪੋਰਟ ਕਰਦੀ। ਸੋਨੀਆ ਮਾਨ ਨੂੰ ਕਿਹੜੀ ਪਾਰਟੀ ਦੇ ਆਫਰ ਆਏ ਸੀਗੇ ਚੋਣਾਂ ਦੇ ਲਈ। ਵੇਖੋ ਜੀ ਸਾਰੀਆਂ ਦੇ ਹੀ ਆਏ ਸੀਗੇ ਅਕਾਲੀ ਦਲ ਕਾਂਗਰਸ ਬੀਜੇਪੀ ਆਪ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦੀ ਗੱਲ ਕਰ ਰਹੀ ਹੈਗੀ ਕਿਵੇਂ ਦੇਖਦੇ ਹੋ ਇਸ ਦੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹਿਤੀ ਕਿ ਆਪ ਤੇ ਸਾਰੇ ਹੀ ਚੰਗੇ ਨੇ ਤੇ ਸਾਰੇ ਚੰਗੇ ਨਹੀਂ ਗਏ। ਖਰੜ ਦੇ ਵਿੱਚ ਵੇਖ ਲਓ ਇੱਕ ਐਮਐਲਏ ਬਣਾਇਆ ਸੀਗਾ 5 ਸਾਲ ਉਹਨੇ ਸ਼ਕਲ ਹੀ ਨਹੀਂ ਵਿਖਾਈ। ਤੁਸੀਂ ਮੈਨੂੰ ਦੱਸੋ ਜਰਨਲ ਸੀਟ ਦੇ ਉੱਤੇ ਇੱਕ ਐਸੀ ਕੈਂਡੀਡੇਟ ਨੂੰ ਟਿਕਟ ਦੇਤੀ 6-7 ਕਰੋੜ ਰੁਪਇਆ ਲੈ ਕੇ ਤੁਸੀਂ ਦੱਸੋ ਪੈਸੇ ਲੈ ਕੇ ਜੇ ਟਿਕਟਾਂ ਦੋਗੇ ਤੁਸੀਂ ਬਾਈ ਤੇ ਫਿਰ ਆਮ ਆਦਮੀ ਪਾਰਟੀ ਕਾਹਦੀ ਆਮ ਆਦਮੀ ਪਾਰਟੀ ਰਹੇਗੀ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਸੰਜੀਵ ਗੋਇਲ। ਜਿੱਥੇ ਕਿਸਾਨ ਅੰਦੋਲਨ ਜਿਹੜਾ ਹੈਗਾ 1 ਸਾਲ 3 ਮਹੀਨੇ ਚੱਲਿਆ ਤਾਂ ਉਸ ਦੇ ਵਿੱਚੋਂ ਸਿਆਸੀ ਪਾਰਟੀਆਂ ਬਣੀਆਂ। ਕਿਸਾਨ ਅੰਦੋਲਨ ਦੇ ਵਿੱਚੋਂ ਸਿਆਸੀ ਪਾਰਟੀਆਂ ਬਣੀਆਂ ਪਰ ਕਿਸਾਨ ਅੰਦੋਲਨ ਦੀ ਲੜਾਈ ਲੜਦੇ ਕੁਝ ਅਜਿਹੇ ਚਿਹਰੇ ਨਿਕਲੇ ਜੋ ਕਿ ਹੁਣ ਵੀ ਜਿਹੜੀ ਹੈਗੀ ਕਿਸਾਨੀ ਦਾ ਸਾਥ ਦੇ ਰਹੇ ਨੇ। ਸਾਡੇ ਨਾਲ ਸੋਨੀਆ ਮਾਨ ਨੇ ਜੋ ਕਿ ਗੁਲਜ਼ਾਰੀ ਮੂਨਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੇ ਜਿਹੜੇ ਦਿੜਬਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ। ਗੱਲ ਕਰ ਲੈਣੇ ਆ ਕਾਰਨ ਕੀ ਹੈ ਕਿ ਜਿਹੜਾ ਗੁਲਜ਼ਾਰੀ ਮੂਨਕ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਉਤਰੇ ਨੇ। ਮੈਡਮ ਕਿਸ ਤਰ੍ਹਾਂ ਦੇਖਦੇ ਹੋ ਬੜਾ ਸੰਘਰਸ਼ ਦੇ ਵਿੱਚ ਤੁਹਾਡਾ ਯੋਗਦਾਨ ਰਹੇਗਾ ਪਰ ਲੇਕਿਨ ਇਹ ਕੀ ਕਾਰਨ ਹੈ ਜਿਹੜਾ ਗੁਲਜ਼ਾਰੀ ਮੂਨਕ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹੋ। ਬਿਕਾਜ਼ ਉਹ ਇਮਾਨਦਾਰ ਨੇ ਓਨੈਸਟ ਨੇ ਸੱਚੇ ਸੁੱਚੇ ਇਨਸਾਨ ਨੇ ਔਰ ਉਹਨਾਂ ਨੇ ਅੰਦੋਲਨ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਗੁਲਜ਼ਾਰੀ ਬਾਈ ਨੂੰ ਮੈਂ ਨਾਮ ਬਹੁਤ ਸੁਣਿਆ ਸੀਗਾ ਬਟ ਪਰਸਨਲੀ ਮੈਂ ਕਦੀ ਜਾਣਦੀ ਨਹੀਂ। ਅਸੀਂ ਮਿਲੇ ਅੰਦੋਲਨ ਤੇ ਮਿਲੇ ਹਾਂ ਅਸੀਂ ਔਰ ਅੰਦੋਲਨ ਤੇ ਦਿਨ ਰਾਤ ਇਹਨਾਂ ਨੇ ਜਿਸ ਤਰੀਕੇ ਨਾਲ ਸਫਾਈ ਮੁਹਿੰਮ ਮੈਂ ਕਨਵਰ ਬਾਈ ਹਰਫ ਅਸੀਂ ਸਵੇਰੇ ਉੱਠ ਕੇ 7 ਵਜੇ ਅਸੀਂ ਮੈਟਰੋ ਬ੍ਰਿਜ ਦੇ ਥੱਲੇ ਝਾੜੂ ਮਾਰਨ ਚੱਲ ਜਾਣਾ ਜਿੱਥੇ ਵੇਖਣਾ ਵੀ ਕਿਸੇ ਚੀਜ਼ ਦੀ ਲੋੜ ਹੈ। ਗੁਲਜ਼ਾਰੀ ਬਾਈ ਗਾਜ਼ੀਪੁਰ ਬਾਰਡਰ ਹੋ ਗਿਆ ਹਰਿਆਣਾ ਹੋ ਗਿਆ ਯੂਪੀ ਹੋ ਗਿਆ ਕਿਤੇ ਵੀ ਹੈ ਸਾਡੇ ਨਾਲ ਹਰ ਕਿਤੇ ਗਏ ਨੇ ਔਰ ਉੱਥੇ ਜਾ ਕੇ ਗੁਲਜ਼ਾਰੀ ਬਾਈ ਨੇ ਕਦੀ ਇਹ ਨਹੀਂ ਕਿਹਾ ਜਿਵੇਂ ਮੈਨੂੰ ਮਾਈਕ ਮਿਲਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੋਲਣ ਵਾਸਤੇ ਪਰ ਬਾਈ ਨੇ ਇਹ ਸੋਚਿਆ ਵੀ ਮੈਂ ਅਕਾਲੀ ਦਲ ਨੂੰ क्योंकि साडे मोर्चे दी एक नियम सीगा कि किसी भी पोलीटिकल इंसान नूं स्टेज ते बोलण नहीं देंदे सीगे पर बाई कहंदे नहीं मैं मोर्चे दे विच रह के सेवा करूँगा मैनूं कोई स्टेज ते माइक नहीं चाहिदा मैं सेवा करनी है और उस तरीके नाल सच्चे दिल दे नाल बाई ने 1 साल तो उत्ते सेवा कीती है। वो सेवा मैं खुद अपनी अखी देखी है इस करके मैं पूरे पंजाब दे विचों मैं किसी दी चोण प्रचार नहीं कर रही। मैं गुलजारी मोहन भाजी दी ते एक सरदार सिमरनजीत सिंह मान दी। ਕਿਸੇ ਪਾਰਟੀ ਦਾ ਸਮਰਥਨ ਵੀ ਕਰ ਰਹੇ ਹੈਗੇ ਹੋ ਤੁਸੀਂ ਜਾਂ ਸਿਰਫ ਦੋ ਹੀ ਜਿਹੜੇ ਇਨਸਾਨ ਚੁਣੇ ਨੇ ਤੁਸੀਂ। ਮੈਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰ ਰਹੀ ਮੈਂ ਤੁਹਾਨੂੰ ਮੇਰਾ ਪਹਿਲੋਂ ਤੋਂ ਹੀ ਇੱਕੋ ਏਜੰਡਾ ਹੈ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਭਾਵੇਂ ਉਹ ਆਪਣੇ ਸਮਾਜ ਦੇ ਵਿੱਚ ਹੈ ਕੋਈ ਕਹਿ ਦਿੰਦਾ ਹੈ ਜੀ ਝਾੜੂ ਮਾੜਾ ਹੈ ਉਹ ਮਾੜੇ ਹੈ ਸਾਰੇ ਲੋਕੀ ਉਹ ਪਿੱਛੇ ਲੱਗ ਜਾਂਦੇ ਨੇ। ਮੈਂ ਕਹਿੰਦੀ ਹਾਂ ਵੀ ਸ਼ਖਸੀਅਤ ਨੂੰ ਪਛਾਣਨਾ ਸਿੱਖੋ ਆਪਣੇ ਹਲਕੇ ਦੇ ਬੰਦੇ ਨੂੰ ਪਛਾਣਨਾ ਸਿੱਖੋ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਬਿਲੋਂਗ ਕਰਦਾ ਹੋਵੇ। ਮੈਂ ਇੱਥੇ ਸਿਰਫ ਗੁਲਜ਼ਾਰੀ ਬਾਜੀ ਕਰਕੇ ਆਈ ਹਾਂ ਇਹਨਾਂ ਦੀ ਸ਼ਖਸੀਅਤ ਵਾਸਤੇ ਆਈ ਹਾਂ ਕਿਉਂਕਿ ਇਹ ਓਨੈਸਟ ਨੇ ਔਰ ਮੈਨੂੰ ਇਹ ਦਿਲੋਂ ਵਿਸ਼ਵਾਸ ਹੈ ਮੈਂ ਇਹਨਾਂ ਤੇ ਮਤਲਬ ਪੂਰੀ ਕ੍ਰੈਡੀਬਿਲਿਟੀ ਦੇ ਨਾਲ ਕਹਿ ਸਕਦੀ ਹਾਂ ਵੀ ਇਹ ਜਿੱਤਣ ਔਰ ਗਰੰਟੀ ਲੈ ਸਕਦੀ ਹਾਂ ਤਾਂ ਹੀ ਮੈਂ ਲੋਕਾਂ ਦੇ ਅੱਗੇ ਹੱਥ ਜੋੜ ਰਹੀ ਹਾਂ ਕਿ ਇਹਨਾਂ ਨੂੰ ਵੋਟ ਪਾਓ। ਜਿਸ ਤਰ੍ਹਾਂ ਕਿਸਾਨ ਅੰਦੋਲਨ ਦੇ ਵਿੱਚੋਂ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਦੀ ਵੀ ਇੱਕ ਪਾਰਟੀ ਬਣ ਗਈ ਹੈ ਚੁਣਾਵ ਲੜਿਆ ਫਿਰ ਸੋਨੀਆ ਮਾਨ ਕਿਉਂ ਨਹੀਂ ਹੈਗੀ ਚੋਣ ਮੈਦਾਨ ਦੇ ਵਿੱਚ ਉਤਰੀ। ਵੇਖੋ ਮੈਂ ਇਲੈਕਸ਼ਨ ਨਹੀਂ ਲੜਨਾ ਚਾਹੁੰਦੀ ਸੀਗੀ ਮੈਨੂੰ ਸਾਰੀਆਂ ਪਾਰਟੀਆਂ ਵੱਲੋਂ ਆਫਰ ਆਈ ਸੀਗੀ ਇਲੈਕਸ਼ਨ ਲੜਨ ਦੀ। ਮੈਂ ਜਿਵੇਂ ਆਪਣੀ ਸਪੀਚ ਵਿੱਚ ਵੀ ਪਹਿਲਾਂ ਬੋਲਿਆ ਬਹੁਤ ਸਾਰੀਆਂ ਵੱਡੀਆਂ ਆਫਰ ਸੀਗੀਆਂ ਅੱਜ ਵੀ ਬਹੁਤ ਸਾਰੇ ਲੋਕੀ ਕਹਿੰਦੇ ਨੇ ਕਿ ਸਾਡਾ ਚੋਣ ਪ੍ਰਚਾਰ ਕਰਨ ਆਓ ਬਹੁਤ ਸਾਰੀਆਂ ਵੱਡੇ ਪੈਸਿਆਂ ਦੀ ਵੀ ਆਫਰ ਹੈ ਬਟ ਮੈਨੂੰ ਲੱਗਦਾ ਆਪਣਾ ਕਿਰਦਾਰ ਉੱਚਾ ਹੋਣਾ ਚਾਹੀਦਾ ਪੈਸਾ ਪੂਸਾ ਕੁਛ ਮੈਟਰ ਨਹੀਂ ਕਰਦਾ ਨਹੀਂ ਤੇ ਮੈਂ ਉਹ ਬੰਬੇ ਨਾ ਕਮਾ ਲੈਂਦੀ। ਮੈਂ ਇੱਥੇ ਆ ਆਪਣੀ ਜ਼ੁਬਾਨ ਕਰਕੇ ਲੋਕਾਂ ਨੂੰ ਇਹ ਲੱਗਣਾ ਚਾਹੀਦਾ ਜਿੱਥੇ ਭੈਣ ਗਈ ਆ ਉੱਥੇ ਸੱਚ ਹੀ ਹੋਊਗਾ ਝੂਠ ਵਾਸਤੇ ਨਹੀਂ ਜਾ ਸਕਦੀ ਮੈਂ
ਕੋਈ ਮੈਂ ਕੱਲ ਨੂੰ ਕਿਸੇ ਦੀ ਗਰੰਟੀ ਲੈ ਲਾਂ, ਕੱਲ ਨੂੰ ਕੋਈ ਜਾ ਕੇ ਲੁੱਟ ਖਾਓ ਕਰੇ ਜਾਂ ਕੁਝ ਗਲਤ ਕਰੇ ਉਸ ਇਲਾਕੇ ਦੇ ਵਿੱਚ, ਮੇਰਾ ਕੀ ਕਿਰਦਾਰ ਰਹਿ ਜਾਊਗਾ? ਮੈਂ ਰਿਸਪੈਕਟ ਕਮਾਈ ਹੈ, ਮੇਰੇ ਫਾਦਰ ਨੇ ਸਾਰੀ ਜ਼ਿੰਦਗੀ ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ ਆਪਣੀ ਜਾਨ ਦੇ ਦਿੱਤੀ। CPML ਦੇ ਵਿੱਚ ਇਲੈਕਸ਼ਨ ਲੜਦੇ ਸੀਗੇ, ਕੀਰਤੀ ਕਿਸਾਨ ਯੂਨੀਅਨ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਸੀਗੇ, ਉਗਰਾਹਾਂ ਸਾਹਿਬ ਮੇਰੇ ਨਾਲ ਇੰਨਾ ਪਿਆਰ ਕਰਦੇ ਆ, ਇੱਕ ਫਰੈਂਡਸ਼ਿਪ ਸੀਗੀ ਉਹਨਾਂ ਦੀ। ਮੈਂ ਆਪਣੀ ਕ੍ਰੈਡੀਬਿਲਿਟੀ ਕਿਉਂ ਖਰਾਬ ਕਰੂੰਗੀ ਕਿਸੇ ਦੇ ਕੋਲ ਜਾ ਕੇ? ਮੈਂ ਉਸੇ ਬੰਦੇ ਦੀ ਸਪੋਰਟ ਕਰੂੰਗੀ ਜਿਹਦਾ ਕਿਰਦਾਰ ਉੱਚਾ ਹੈ। ਜਿਹੜੇ ਕਿਸਾਨ ਚੋਣਾਂ ਦੇ ਵਿੱਚ ਉਤਰੇ ਨੇ, ਚੁਣਾਵ ਲੜ ਰਹੇ ਨੇ, ਉਹਨਾਂ ਦੀ ਸਪੋਰਟ ਨਹੀਂ ਤੁਸੀਂ ਕਰ ਰਹੇ? ਮੈਂ ਉਹਨਾਂ ਨੂੰ ਨਹੀਂ ਜਾਣਦੀ ਜੀ, ਮੈਂ ਉਹਨਾਂ ਨੂੰ ਪਰਸਨਲੀ ਨਹੀਂ ਜਾਣਦੀ। ਮੈਂ ਜਿਹੜੇ ਬੰਦੇ ਨੂੰ ਪਰਸਨਲੀ ਨਹੀਂ ਜਾਣਦੀ ਮੈਂ ਉਹਦੀ ਸਪੋਰਟ ਨਹੀਂ ਕਰੂੰਗੀ, ਭਾਵੇਂ ਉਹ ਕਿਸਾਨ ਹੋਣ, ਭਾਵੇਂ ਉਹ ਕਿਸੇ ਪਾਰਟੀ। ਅੱਜ ਜੇ ਜੋਗਿੰਦਰ ਸਿੰਘ ਉਗਰਾਹਾਂ ਖੜੇ ਹੁੰਦੇ ਤੇ ਮੈਂ ਉਹਨਾਂ ਦੇ ਨਾਲ ਖੜੀ ਰਹਿੰਦੀ, ਉਹਨਾਂ ਦੀ ਹਰ ਕਿਤੇ ਪ੍ਰਚਾਰ ਕਰਨ ਜਾਂਦੀ, ਕਿਉਂਕਿ ਉਹ ਮੇਰਾ ਬਾਪੂ ਆ, ਉਹਦੀ ਮੈਂ ਦਿਲੋਂ ਸਪੋਰਟ ਕਰਦੀ। ਪਰ ਉਹ ਤਾਂ ਕਹਿੰਦੇ ਕਿ ਅਸੀਂ ਵੀ ਸਮਰਥਨ ਨਹੀਂ ਕਰਨਾ, ਜਿਹੜੇ ਕਿਸਾਨ ਜਥੇਬੰਦੀਆਂ ਨੇ ਚੁਣਾਵ ਲੜਨ ਦਾ ਬਿਲਕੁਲ ਸਹੀ ਕਹਿੰਦੇ ਨੇ, ਉਹਨਾਂ ਦਾ ਬਿਲਕੁਲ ਸਹੀ ਸਟੈਂਡ ਹੈ। ਕਿਸਾਨ ਜਥੇਬੰਦੀਆਂ ਨੂੰ ਨਾਨ ਪੋਲੀਟੀਕਲ ਰਹਿਣਾ ਚਾਹੀਦਾ ਹੈ, ਤਾਂ ਕਿ ਪੋਲੀਟੀਕਲੀ ਜੇ ਕੁਛ ਨਾ ਆਵੇ, ਇੱਕ ਪ੍ਰੈਸ਼ਰ ਗਰੁੱਪ ਰਹਿਣਾ ਚਾਹੀਦਾ ਆ। ਇਸੇ ਕਰਕੇ ਮੈਂ ਉਹਨਾਂ ਦੀ ਸੋਚ ਤੇ ਚੱਲ ਰਹੀ ਹਾਂ। ਸੋਨੀਆ ਮਾਨ ਨੂੰ ਕਿਹੜੀ ਪਾਰਟੀ ਦੇ ਆਫਰ ਆਏ ਸੀਗੇ ਚੋਣਾਂ ਦੇ ਲਈ? ਵੇਖੋ ਜੀ, ਸਾਰੀਆਂ ਦੇ ਹੀ ਆਏ ਸੀਗੇ, ਅਕਾਲੀ ਦਲ, ਕਾਂਗਰਸ, BJP, ਆਪ, ਸਾਰਿਆਂ ਦੀ ਆਈ ਸੀਗੀ। ਮੈਂ ਸਾਰਿਆਂ ਨੂੰ ਮਨਾ ਕਰਤਾ। ਆਮ ਆਦਮੀ ਪਾਰਟੀ ਦੀ ਜੇ ਆਪਾਂ ਗੱਲ ਕਰ ਲਈ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦੀ ਗੱਲ ਕਰ ਰਹੀ ਹੈਗੀ, ਕਿਵੇਂ ਦੇਖਦੇ ਹੋ ਇਸ ਨੂੰ? ਵੇਖੋ, ਮੈਂ ਤਾਂ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ, ਬਾਰ-ਬਾਰ ਇੱਕੋ ਗੱਲ ਰਿਪੀਟ ਕਰਨਾ ਚਾਹੁੰਦੀ ਹਾਂ। ਹਰ ਇੱਕ ਇਨਸਾਨ ਨੂੰ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਵੀ ਅਸੀਂ ਕਹੀਏ ਕਿ ਅੱਜ ਅਸੀਂ ਆਪ ਦੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹਿਤੀ ਕਿ ਆਪ 'ਚ ਸਾਰੇ ਹੀ ਚੰਗੇ ਨੇ, ਤੇ ਸਾਰੇ ਚੰਗੇ ਨਹੀਂ ਗਏ। ਖਰੜ ਦੇ ਵਿੱਚ ਵੇਖ ਲਓ, ਇੱਕ MLA ਬਣਾਇਆ ਸੀਗਾ 5 ਸਾਲ, ਉਹਨੇ ਸ਼ਕਲ ਹੀ ਨਹੀਂ ਵਿਖਾਈ। ਅੱਜ ਦੇਖ ਲਓ ਮੋਹਾਲੀ ਦੇ ਵਿੱਚ ਉਸ ਬੰਦੇ ਨੂੰ ਟਿਕਟ ਦੇਤੀ ਜਨਰਲ ਸੀਟ ਦੇ ਉੱਤੇ। ਮੈਂ ਕੋਈ ਊਚ ਨੀਚ ਨਹੀਂ ਕਰਦੀ, ਮੈਂ ਸਾਰੇ ਧਰਮਾਂ ਦੀ ਊਚ ਨੀਚ ਸਾਰਿਆਂ ਦੀ ਰਿਸਪੈਕਟ ਕਰਦੀ ਹਾਂ। ਬਟ ਤੁਸੀਂ ਮੈਨੂੰ ਦੱਸੋ, ਜਨਰਲ ਸੀਟ ਦੇ ਉੱਤੇ ਇੱਕ ਐਸੀ ਕੈਂਡੀਡੇਟ ਨੂੰ ਟਿਕਟ ਦੇਤੀ 6-7 ਕਰੋੜ ਰੁਪਇਆ ਲੈ ਕੇ, ਤੁਸੀਂ ਦੱਸੋ ਪੈਸੇ ਲੈ ਕੇ ਜੇ ਟਿਕਟਾਂ ਦੋਗੇ ਤੁਸੀਂ ਬਾਈ, ਤੇ ਫਿਰ ਆਮ ਆਦਮੀ ਪਾਰਟੀ ਕਾਹਦੀ ਆਮ ਆਦਮੀ ਪਾਰਟੀ ਰਹੇਗੀ? ਸੋਨੀਆ ਮਾਨ ਕਿਸਾਨ ਦੀ ਧੀ ਹੈ, ਕਿਸਾਨਾਂ ਦੇ ਲਈ ਬੜਾ ਉਪਰਾਲਾ ਕੀਤਾ, ਸੰਘਰਸ਼ ਦੇ ਵਿੱਚ ਵੱਡਾ ਯੋਗਦਾਨ ਦਿੱਤਾ ਇੱਕ ਮਹਿਲਾ ਹੋਣ ਦੇ ਨਾਤੇ ਵੀ। ਪਰ ਲੇਕਿਨ 2022 ਦੇ ਚੁਣਾਵ ਚੱਲ ਰਹੇ ਨੇ, ਆਉਣ ਵਾਲੇ ਭਵਿੱਖ ਨੂੰ ਤੁਸੀਂ ਕਿਵੇਂ ਦੇਖਦੇ ਹੋ? ਵੇਖੋ, ਮੈਂ ਤੇ ਇਹੀ ਕਹਿਣਾ ਚਾਹੁੰਦੀ ਹਾਂ ਫੁੱਲ ਪੰਜਾਬ ਨੂੰ ਕਿ ਤੁਹਾਡੇ ਸਾਰੇ ਹਲਕਿਆਂ ਦੇ ਵਿੱਚੋਂ ਜਿਸ ਤਰੀਕੇ ਨਾਲ ਅਸੀਂ ਮੋਰਚਾ ਫਤਿਹ ਕੀਤਾ ਹੈ ਨਾ, ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਕਿਸਾਨੀ ਝੰਡਾ ਲੈ ਕੇ ਗਏ ਸੀਗੇ। ਇਹਦਾ ਮਤਲਬ ਇਹ ਨਹੀਂ ਕਿ ਕਿਸਾਨੀ ਝੰਡੇ ਵਾਲਿਆਂ ਨੂੰ ਵੋਟ ਪਾਉਣੀ, ਮੈਂ ਆ ਨਹੀਂ ਕਹਿ ਰਹੀ। ਮੇਰੇ ਕਹਿਣ ਦਾ ਮਤਲਬ ਹੈ ਕਿਰਦਾਰ ਚੁਣੋ, ਚੰਗੀ ਸੋਚ ਦਾ ਮਾਲਕ ਚੁਣੋ, ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ। ਇੱਥੇ ਭਾਵੇਂ ਅਕਾਲੀ ਦਲ ਦੇ ਨੇ, ਇਹ ਚੰਗੇ ਇਨਸਾਨ ਨੇ, ਇਸ ਕਰਕੇ ਇਹਨਾਂ ਨੂੰ ਜਿਤਾਓ। ਜੇ ਕੋਈ ਕਾਂਗਰਸ ਦਾ ਚੰਗਾ ਹੈ ਕਿਤੇ ਉਹਨੂੰ ਜਿਤਾਓ, ਜੇ ਕੋਈ ਆਪ ਦਾ ਚੰਗਾ, ਜਿੱਥੇ ਜਿਹੜਾ ਚੰਗੀ ਸ਼ਖਸੀਅਤ ਦਾ ਮਾਲਕ ਹੈ ਉਸ ਹਲਕੇ ਨੂੰ ਤੇ ਪਤਾ ਹੀ ਹੋਗਾ ਨਾ। ਮੈਨੂੰ ਨਹੀਂ ਪਤਾ, ਮੈਨੂੰ ਤੇ ਸਿਰਫ ਗੁਲਜ਼ਾਰੀ ਬਾਈ ਦਾ ਪਤਾ ਹੈ ਜਾਂ ਸਿਮਰਨਜੀਤ ਸਿੰਘ ਮਾਨ ਦਾ, ਹੋਰ ਮੈਨੂੰ ਕਿਸੇ ਦਾ ਪਤਾ ਨਹੀਂ, ਹੋਰ ਮੈਂ ਕਿਸੇ ਦੀ ਗਰੰਟੀ ਲੈਂਦੀ ਨਹੀਂ। ਹਲਕੇ 'ਚ ਘੁੰਮ ਰਹੇ ਹੋ, ਕੀ ਲੱਗ ਰਿਹਾ ਗੁਲਜ਼ਾਰੀ ਦਾ ਰਿਸਪੌਂਸ? ਬਹੁਤ ਚੰਗਾ ਲੱਗ ਰਿਹਾ ਹੈ। ਔਰ ਬਾਕੀ ਮੈਨੂੰ ਇਹ ਲੱਗਦਾ ਹੈ ਕਿ ਮਾਲਵੇ ਦੀ ਮੈਂ ਫੈਨ ਹਾਂ, ਕਿਉਂਕਿ ਮਾਲਵੇ ਇਲਾਕੇ ਨੇ ਸਭ ਤੋਂ ਵੱਡਾ ਯੋਗਦਾਨ ਇਸ ਸੰਘਰਸ਼ ਦੇ ਵਿੱਚ ਪਾਇਆ ਹੈ। ਜਿੰਨਾ ਮੈਂ ਟਿੱਕਰੀ ਬਾਰਡਰ ਦੇ ਉੱਤੇ ਇਕੱਠ ਦੇਖਿਆ ਹੈ, ਜਿੰਨਾ ਮੇਰੀਆਂ ਬੀਬੀਆਂ ਉੱਥੇ ਮਿਲੀਆਂ ਹੈ ਮੈਨੂੰ, ਮਾਲਵੇ ਖੱਟੀ ਚੁੰਨੀ ਵਾਲੀਆਂ ਬੀਬੀਆਂ, ਮਤਲਬ ਮਾਝੇ ਵਾਲਿਆਂ ਨੂੰ ਇੰਸਪਾਇਰ ਕਰਨਾ ਪੈਂਦਾ ਵੀ ਵੇਖੋ ਮਾਲਵਾ ਸਾਰਾ ਉੱਥੇ ਬੈਠਾ ਹੈ, ਮਾਝੇ ਵਾਲਿਓ ਤੁਸੀਂ ਵੀ ਤੁਰ ਪੋ। ਪੰਜਾਬ ਵਾਲੇ ਜਦੋਂ ਦਿੱਲੀ ਜਾਂਦੇ ਸੀਗੇ ਤਾਂ ਪਿਆਰ ਮਿਲਦਾ ਸੀ, ਹੁਣ ਤੁਸੀਂ ਉਰੇ ਆਏ ਹੋ, ਪੰਜਾਬ ਦੇ ਵਿੱਚ ਪਿਆਰ ਮਿਲ ਰਿਹਾ? ਆਫ ਕੋਰਸ ਮਿਲ ਰਿਹਾ ਹੈ, ਔਰ ਮੈਨੂੰ ਮਾਣ ਹੈ ਕਿ ਮੈਂ ਮਾਲਵੇ ਦੇ ਵਿੱਚ ਹਾਂ ਅੱਜ, ਜਿਨ੍ਹਾਂ ਦੇ ਨਾਲ ਮੈਂ 1 ਸਾਲ ਸੰਘਰਸ਼ ਕੀਤਾ ਹੈ ਟਿੱਕਰੀ ਬਾਰਡਰ ਤੇ। ਉਹ ਆਪਣੀ ਧੀ ਦਾ ਮਾਣ ਰੱਖਣਗੇ ਔਰ ਗੁਲਜ਼ਾਰੀ ਬਾਈ ਨੂੰ ਵੋਟਾਂ ਪਾਉਣਗੇ ਔਰ ਜਿਤਾਉਣਗੇ, ਕਿਉਂਕਿ ਮੈਨੂੰ ਮਾਣ ਹੈ ਕਿ ਇਹ ਖੜੇ ਹੋਏ ਨੇ ਔਰ ਇਹ ਲੋਕਾਂ ਦਾ ਕੰਮ ਕਰਨਗੇ ਸੱਚੇ ਦਿਲੋਂ। ਗੁਲਜ਼ਾਰੀ, ਕਿਵੇਂ ਦੇਖਦੇ ਹੋ ਬਾਈ? ਪਹਿਲਾਂ ਸੰਘਰਸ਼ ਦੇ ਵਿੱਚ ਇਕੱਠੇ ਰਹਿ ਕੇ ਜਿਹੜੀ ਹੈਗੀ ਆ ਸੇਵਾ ਕੀਤੀ, ਪਰ ਲੇਕਿਨ ਹੁਣ ਚੋਣ ਕੰਪੇਨ ਵੀ ਜਿਹੜੀ ਇਕੱਠੇ ਕਰ ਰਹੇ ਹੈਗੇ? ਦੇਖੋ, ਪਹਿਲਾਂ ਤਾਂ ਮੈਂ ਸਾਡੀ ਛੋਟੀ ਭੈਣ ਸੋਨੀਆ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਕਿ ਦੇਖੋ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਤੇ ਕਿੱਡਾ ਵੱਡਾ ਰਿਸਕ ਲੈ ਕੇ ਇੱਥੇ ਮੇਰੀ ਚੋਣ ਨੂੰ ਹੁਲਾਰਾ ਦੇਣ ਆਇਆ। ਕਿਉਂਕਿ ਦੇਖੋ ਅਸੀਂ ਉੱਥੇ ਇਕੱਠੇ ਰਹੇ ਹਾਂ, ਸਾਡਾ ਦੇਖੋ ਪਰਿਵਾਰਕ ਰਿਸ਼ਤਾ ਨਹੀਂ ਕੋਈ ਵੀ। ਦੇਖੋ ਅਸੀਂ ਉੱਥੇ ਭੈਣ ਭਰਾ ਬਣੇ ਆ, ਕਿਸਾਨੀ ਅੰਦੋਲਨ ਦੇ ਵਿੱਚ ਮੈਂ ਪਿਆਰ ਹੀ ਖੱਟਿਆ, ਕਿਉਂਕਿ ਮੈਂ ਉੱਥੇ ਸੇਵਾਦਾਰ ਬਣ ਕੇ ਗਿਆ, ਲੀਡਰ ਬਣ ਕੇ ਨਹੀਂ ਗਿਆ ਮੈਂ, ਕਿਉਂਕਿ ਲੋਕਾਂ ਨੇ ਮੈਨੂੰ ਪਿਆਰ ਵੀ ਦੇ ਰਿਹਾ। ਤੁਸੀਂ ਦੇਖਿਆ ਹੀ ਹੈ, ਤੁਸੀਂ ਤੁਹਾਡੇ ਮੀਡੀਆ ਰਾਹੀਂ ਦਿਖਾਇਓ ਵੀ ਸਾਰਿਆਂ ਨੂੰ ਕਿ ਦੇਖੋ ਮੈਨੂੰ ਕਿੰਨਾ ਕਿਸਾਨ ਵੀਰਾਂ ਦਾ, ਹਰ ਇੱਕ ਪਾਰਟੀ ਦਾ ਮੈਨੂੰ ਪਿਆਰ ਮਿਲ ਰਿਹਾ। ਕੀ ਲੱਗਦਾ ਫਿਰ ਇਸ ਵਾਰ ਜਿਹੜੀ ਚੋਣ ਕੰਪੇਨ ਹੈ ਸਿਖਰਾਂ ਤੇ ਪਹੁੰਚੀ ਹੋਈ ਹੈ? ਦੇਖੋ, ਉਸ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਵੀ ਉਹ ਜਿੱਥੇ ਰੱਖੂਗਾ ਨਾ ਮਾਲਕ, ਅਸੀਂ ਉੱਥੇ ਰਹਿਣ ਨੂੰ ਤਿਆਰ ਹਾਂ। ਸਾਨੂੰ ਜਿਵੇਂ ਮਰਜ਼ੀ ਹੋ, ਜਿੱਥੇ ਮਰਜ਼ੀ ਬਿਠਾ ਲੇ, ਅਸੀਂ ਕਹਿ ਕੇ ਤੁਰਦੇ ਹਾਂ ਵੀ ਪਰਮਾਤਮਾ ਤਾਂ ਜਿਤਾਈ ਜੇ ਸਾਡੇ ਤੋਂ ਸੇਵਾ ਕਰਾਏਗਾ। ਜੇ ਕੁਰਸੀ ਤੇ ਬੈਠੇ ਤਾਂ ਵੀ ਤੇਰੇ ਆ, ਥੱਲੇ ਬੈਠੇ ਤਾਂ ਵੀ ਤੇਰੇ ਆ, ਰਵਾਂਗੇ ਤੇਰੇ ਜਿੱਥੇ ਮਰਜ਼ੀ ਰੱਖ ਲਈ। ਸੰਘਰਸ਼ ਦੇ ਵਿੱਚ ਹਰਫ ਚੀਮਾ ਤੇ ਬਾਈ ਕਰਵਰ ਗਰੇਵਾਲ ਹੋਰੀ ਵੀ ਤੁਹਾਡੇ ਨਾਲ ਰਹਿੰਦੇ ਸੀ, ਉਹ ਨਹੀਂ ਤੁਹਾਡੀ ਚੋਣ ਕੰਪੇਨ ਦੇ ਵਿੱਚ ਆ ਰਹੇ? ਦੇਖੋ, ਹਰੇਕ ਦਾ ਆਪਣਾ ਆਪਣਾ ਉਹ ਹੁੰਦਾ ਹਨਾ। ਮੈਂ ਤਾਂ ਕਹਿ ਰਿਹਾ ਵੀ ਉਹਨਾਂ ਨੂੰ ਵੀ ਆਣਗੇ, ਠੀਕ ਹੈ, ਜਦੋਂ ਉਹਨਾਂ ਦਾ ਦਿਲ ਕਿਤੇ ਆ ਜਾਣਗੇ। ਜੇਕਰ ਮੈਂ ਉਹਨਾਂ ਨੂੰ ਚੰਗਾ ਲੱਗਦਾ ਤਾਂ ਹਰੇਕ ਨੂੰ ਆਉਣਾ ਚਾਹੀਦਾ, ਕਿਉਂਕਿ ਦੇਖੋ ਇੱਥੇ ਵੀ ਮੈਂ ਕਹਿੰਦਾ ਹਰੇਕ ਪਿੰਡਾਂ ਦੇ ਵਿੱਚ ਮੈਂ ਜਾਂਦਾ, ਕਿਸਾਨ ਇਹਨਾਂ ਨਾਲ ਜੜੇ ਹੋਏ ਬਹੁਤ ਹੈ।
ਪਰ ਉਹ ਦੇਖਦੇ ਆ ਕਹਿੰਦੇ ਵੀ ਅਸੀਂ ਕਿਸੇ ਹੋਰ ਨੂੰ ਨਹੀਂ, ਅਸੀਂ ਗੁਲਜ਼ਾਰੀ ਮੂਣਕ ਨੂੰ ਵੋਟ ਪਾਣੀ ਆ। ਕੋਈ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਮੈਨੂੰ ਬਹੁਤ ਪਿਆਰ ਮਿਲ ਰਿਹਾ ਤੇ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਵੀ ਜਿਹਨੂੰ ਕਿ ਮੈਂ ਚੰਗਾ ਲੱਗਦਾ ਤਾਂ ਉਹਨੂੰ ਮੇਰੀ ਚੋਣ ਨੂੰ ਹੁਲਾਰਾ ਦੇਣ ਜ਼ਰੂਰ ਆਉਣਾ ਚਾਹੀਦਾ। ਤੁਹਾਡੀ ਗੱਲਬਾਤ ਹੋਈ ਹੈ ਕੋਈ ਹਰਫ ਚੀਮਾ ਨਾਲ ਜਾਂ ਕਨਵਰ ਗਰੇਵਾਲ ਹੋਰਾਂ ਨਾਲ? ਬਿਲਕੁਲ ਉਹ ਗੁਲਜ਼ਾਰੀ ਬਾਈ ਨੂੰ ਹੀ ਸਪੋਰਟ ਕਰਦੇ ਨੇ ਹਮੇਸ਼ਾ ਤੋਂ ਹੁਣ ਤੱਕ। ਅਸੀਂ ਇਕੱਠੇ ਰਹੇ ਹਾਂ, ਸੰਘਰਸ਼ ਦੇ ਵਿੱਚ ਹੈ ਔਰ ਮੈਨੂੰ ਤੇ ਇਹੀ ਉਮੀਦ ਹੈ, ਮੈਂ ਤੇ ਉਹਨਾਂ ਨੂੰ ਇਹ ਰਿਕੁਐਸਟ ਵੀ ਕਰਦੀ ਹਾਂ ਵੀ ਸੱਚੇ ਇਮਾਨਦਾਰ ਇਨਸਾਨ ਦੀ ਸਪੋਰਟ ਅੱਜ ਨਹੀਂ ਕਰਾਂਗੇ ਤੇ ਕਦੋਂ ਕਰਾਂਗੇ ਬਾਈ। ਇਸ ਕਰਕੇ ਮੈਨੂੰ ਤੇ ਕੋਈ ਨਹੀਂ ਹੈਗਾ, ਕਿਸੇ ਦਾ ਡਰ ਨਹੀਂ ਹੈ ਵੀ ਕੱਲ ਨੂੰ ਮੈਨੂੰ ਲੋਕੀ ਕੀ ਕਹਿਣਗੇ। ਮੈਂ ਤੇ ਜਿਹੜਾ ਸੱਚਾ ਇਨਸਾਨ ਆ ਉਹਦੀ ਸਪੋਰਟ ਕਰਨ ਜਾਊਂਗੀ, ਕਿਉਂਕਿ ਮੈਂ ਆਪਣੇ ਸਮਾਜ ਦੇ ਵਿੱਚ ਪਰਿਵਰਤਨ ਵੇਖਣਾ ਚਾਹੁੰਦੀ ਹਾਂ। ਜੇ ਓਨੈਸਟ ਲੋਕੀ ਨਹੀਂ ਆਉਣਗੇ ਤੇ ਫਿਰ ਉਹੋ ਜਿਹੇ ਲੋਕੀ ਆ ਜਾਣਗੇ ਤੇ ਫਿਰ ਕੀ ਫਾਇਦਾ। ਸੋ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਅਦਾਕਾਰਾ ਸੋਨੀਆ ਮਾਨ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਸੱਚੇ ਸੁੱਚੇ ਇਨਸਾਨ ਨੇ, ਬੇਸ਼ੱਕ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਹੋਣ, ਉਹਨਾਂ ਦਾ ਸਾਥ ਆ ਜਿਹੜਾ ਸੋਨੀਆ ਮਾਨ ਜ਼ਰੂਰ ਦੇਣਗੇ। ਉਹਨਾਂ ਨੇ ਅਪੀਲ ਵੀ ਕੀਤੀ ਆ ਕਨਵਰ ਗਰੇਵਾਲ ਤੇ ਹਰਫ ਚੀਮਾ ਨੂੰ, ਅਪੀਲ ਵੀ ਕੀਤੀ ਹੈਗੀ ਆ ਕਿ ਜਿਹੜੇ ਸੱਚੇ ਸੁੱਚੇ ਇਨਸਾਨ ਨੇ ਗੁਲਜ਼ਾਰੀ ਮੂਣਕ ਵਰਗੇ, ਉਹਨਾਂ ਦੀ ਚੋਣ ਕੈਂਪੇਨ ਦੇ ਵਿੱਚ ਜ਼ਰੂਰ ਜਿਹੜੀ ਹਾਜ਼ਰੀ ਆ ਉਹ ਲਵਾਉਣੀ ਚਾਹੀਦੀ ਹੈਗੀ ਆ। ਪੰਜਾਬੀ ਲੋਕ ਚੈਨਲ ਦੇ ਲਈ ਸੰਜੀਵ ਗੋਇਲ, ਸੰਗਰੂਰ।